ਹਾਂਜੀ, ਹੁਣ ਬੋਲੋ। 2009 ਦੇ ਵਿੱਚ ਲਾਂਚ ਹੋਇਆ ਸੀ ਤੇ 1 ਅਪ੍ਰੈਲ 2010 ਨੂੰ ਪੂਰੀ ਇੰਡੀਆ ਦੇ ਵਿੱਚ ਲਾਗੂ ਹੋ ਗਿਆ ਸੀਗਾ ਇਹ ਕਾਨੂੰਨ। ਹਾਂਜੀ ਇਹਦੇ ਵਿੱਚ ਸਰ 14 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਮਤਲਬ ਕਿ ਕੰਪਲਸਰੀ ਐਜੂਕੇਸ਼ਨ ਤੇ ਜ਼ੋਰ ਦਿੱਤਾ ਗਿਆ ਗਾ। ਓਕੇ ਓਕੇ, ਮਤਲਬ ਬੇਸਿਕ ਨੌਲੇਜ ਥੋੜੀ ਬਹੁਤ ਹੈ ਤੁਹਾਨੂੰ ਆਰਟੀਈ ਦੇ ਬਾਰੇ। ਬਾਕੀ ਆਪਾਂ ਡਿਟੇਲ ਦੇ ਵਿੱਚ ਥੋੜਾ ਜਿਹਾ ਦੇਖਦੇ ਹਾਂ ਇਹਨੂੰ। ਮੀਟਿੰਗ ਸਟਾਰਟ ਕਰਦੇ ਹਾਂ, ਕਾਫੀ ਟਾਈਮ ਹੋ ਗਿਆ, ਜਿਨ੍ਹਾਂ ਨੇ ਜੁੜਨਾ ਸੀ ਉਹ ਜੁੜ ਗਏ। ਇੱਕ ਵਾਰੀ ਮੈਂ ਮਾਈਕ ਸਭ ਦੇ ਮਿਊਟ ਕਰਨ ਲੱਗਿਆ। ਸਭ ਤੋਂ ਪਹਿਲਾਂ ਦੇਖਾਂਗੇ ਆਪਾਂ ਆਰਟੀਈ ਹੈ ਕੀ, ਠੀਕ ਹੈ। ਰਿਸ਼ਿਤਾ ਮੈਮ ਮਾਈਕ ਮਿਊਟ ਕਰਿਓ, ਐਕਚੁਅਲੀ ਤੁਹਾਡੇ ਕੋਲ ਚਲਾ ਗਿਆ ਹੋਸਟ ਜੋ ਹੈ। ਸਭ ਦੇ ਮਾਈਕ ਮਿਊਟ ਕਰ ਦਿਓ ਇੱਕ ਵਾਰੀ। ਓਕੇ, ਸੋ ਸਟਾਰਟ ਕਰਦੇ ਹਾਂ। ਰਾਈਟ ਟੂ ਐਜੂਕੇਸ਼ਨ ਐਕਟ, ਜਿਹਨੂੰ ਪੰਜਾਬੀ ਵਿੱਚ ਕਹਿੰਦੇ ਆ ਸਿੱਖਿਆ ਦਾ ਅਧਿਕਾਰ ਕਾਨੂੰਨ, ਠੀਕ ਹੈ। ਸ਼ੋਰਟ ਵਿੱਚ ਕਹਿੰਦੇ ਆ ਆਰਟੀਈ, ਆਰਟੀਈ, ਓਕੇ। ਸੋ ਅੱਜ ਦੀ ਇਸ ਮੀਟਿੰਗ ਦੇ ਵਿੱਚ ਆਪਾਂ ਆਰਟੀਈ ਔਰ ਐਨਸੀਐਫ 2005 ਬਾਰੇ ਦੇਖਾਂਗੇ ਬੇਸਿਕਲੀ। ਸੋ ਆਰਟੀਈ ਹੈ ਕੀ ਐਕਚੁਅਲੀ? ਇਹ ਕੀ ਕਹਿੰਦਾ ਹੈ ਕਿ ਬੱਚਿਆਂ ਨੂੰ ਮੁਫਤ ਅਤੇ ਲਾਜ਼ਮੀ ਸਿੱਖਿਆ ਪ੍ਰਦਾਨ ਕੀਤੀ ਜਾਏ। ਸੋ ਇਸ ਦੇ ਵਿੱਚ ਕੀ ਕਿਹਾ ਗਿਆ ਕਿ ਆਰਟੀਕਲ 21 ਜੋੜਿਆ ਇਹਦੇ ਵਿੱਚ 21A ਦੇ ਤਹਿਤ ਇਹ ਇੱਕ ਮੁੱਢਲਾ ਅਧਿਕਾਰ ਜੋ ਆਪਣਾ ਫੰਡਾਮੈਂਟਲ ਰਾਈਟ ਬਣ ਗਿਆ, ਠੀਕ ਹੈ। ਫੰਡਾਮੈਂਟਲ ਰਾਈਟ ਦਾ ਮਤਲਬ ਇਹ ਹੈ ਕਿ ਆਪਣਾ ਇਹ ਬੇਸਿਕ ਅਧਿਕਾਰ ਹੈ। ਆਰਟੀਕਲ 21 ਕੀ ਹੈ? ਆਰਟੀਕਲ 21 ਜੋ ਹੈ ਉਹ ਆਪਣਾ ਜੀਵਨ ਦਾ ਅਧਿਕਾਰ ਹੈ, ਜੀਵਨ ਜਿਉਣ ਦਾ ਅਧਿਕਾਰ ਹੈ। ਉਹਦੇ ਵਿੱਚ ਸੁਪਰੀਮ ਕੋਰਟ ਨੇ ਕਾਫੀ ਸਾਰੇ ਹੋਰ ਅਧਿਕਾਰ ਐਡ ਕੀਤੇ ਆ, ਮਤਲਬ ਜਿਹਦੇ ਵਿੱਚ ਸ਼ੁੱਧ ਵਾਤਾਵਰਣ ਦਾ ਅਧਿਕਾਰ, ਭੋਜਨ ਦਾ ਅਧਿਕਾਰ, ਹੋਰ ਸਾਫ ਸਫਾਈ ਦਾ, ਇਸ ਤਰ੍ਹਾਂ ਦੇ ਹੋਰ ਐਕਟ, ਕੰਮ ਕਰਨ ਦਾ ਅਧਿਕਾਰ ਹਜੇ ਆਪਣੇ ਵਿੱਚ ਐਡ ਨਹੀਂ ਹੋਇਆ, ਲੇਕਿਨ ਬਹੁਤ ਸਾਰੇ ਸੁਪਰੀਮ ਕੋਰਟ ਨੇ ਆਰਟੀਕਲ 21 ਦੇ ਅਕੋਰਡਿੰਗ ਦੇ ਵਿੱਚ ਉਹਦੇ ਵਿੱਚ ਆਰਟੀਕਲ ਐਡ ਕੀਤੇ ਆ। ਜੋ ਸਿੱਖਿਆ ਦਾ ਅਧਿਕਾਰ ਹੈ ਉਹ ਆਰਟੀਕਲ 21A ਦੇ ਤਹਿਤ ਬੇਸਿਕ ਅਧਿਕਾਰ ਜੋ ਫੰਡਾਮੈਂਟਲ ਰਾਈਟ ਬਣਾ ਦਿੱਤਾ ਗਿਆ, ਠੀਕ ਹੈ। ਇਹ ਸਿੱਖਿਆ ਦਾ ਅਧਿਕਾਰ ਹੈ ਕਿਉਂ? ਇਹਦੇ ਵਿੱਚ ਕੀ ਕਿਹਾ ਗਿਆ ਕਿ ਸਿੱਖਿਆ ਦਾ ਅਧਿਕਾਰ ਇਹ ਸੁਨਿਸ਼ਚਿਤ ਕਰਦਾ ਹੈ ਕਿ ਇੱਕ ਬਿਲਡਿੰਗ ਬਲੋਕ ਦਾ ਕੰਮ ਕਰਦਾ ਹੈ, ਨਾਲ ਹੀ ਇੱਕ ਬੱਚੇ ਨੂੰ ਐਲੀਮੈਂਟਰੀ ਸਿੱਖਿਆ ਤੱਕ ਪਹੁੰਚਣ ਦਾ ਅਧਿਕਾਰ ਹੈ। ਐਲੀਮੈਂਟਰੀ ਸਿੱਖਿਆ ਮਤਲਬ 8ਵੀਂ ਕਲਾਸ 8th ਕਲਾਸ ਤੱਕ ਜੋ ਬੱਚੇ ਨੂੰ ਸਿੱਖਿਆ ਦਿੱਤੀ ਜਾਏਗੀ ਉਹ ਮੁਫਤ ਪ੍ਰੋਵਾਈਡ ਕੀਤੀ ਜਾਏਗੀ। ਸੋ ਇੱਕ ਬਿਲਡਿੰਗ ਬਲੋਕ ਦਾ ਕੰਮ ਕਿਵੇਂ ਕਰਦਾ ਹੈ ਕਿ ਜੇਕਰ ਆਪਾਂ ਛੋਟੇ ਬੱਚੇ ਨੂੰ ਹੀ ਸਿੱਖਿਆ ਦੇਣੀ ਸ਼ੁਰੂ ਕਰਾਂਗੇ, ਜਿਵੇਂ ਇਮਾਰਤਾਂ ਦੇ ਵਿੱਚ ਇੱਟਾਂ ਕੰਮ ਕਰਦੀਆਂ, ਬਿਲਡਿੰਗ ਬਲੋਕ ਦਾ ਕੰਮ ਕਰਦੀਆਂ, ਜੇ ਇੱਟਾਂ ਦੇ ਨੂੰ ਆਪਾਂ ਆਪਸ ਵਿੱਚ ਜੋੜਦੇ ਹਾਂ ਤਾਂ ਇੱਕ ਬਿਲਡਿੰਗ ਤਿਆਰ ਹੁੰਦੀ ਹੈ। ਉਵੇਂ ਹੀ ਬੱਚੇ ਨੂੰ ਅਗਰ ਆਪਾਂ ਸਿੱਖਿਆ ਦਿੰਦੇ ਹਾਂ ਤਾਂ ਸਮਾਜ ਦੇ ਵਿੱਚ ਇੱਕ ਚੰਗਾ ਫਿਊਚਰ ਤਿਆਰ ਕਰਨ ਲਈ ਇੱਕ ਬਿਲਡਿੰਗ ਬਣਦੀ ਹੈ। ਸੋ ਉਹਨਾਂ ਬੱਚਿਆਂ ਵਿੱਚੋਂ ਹੀ ਕੋਈ ਨਾ ਕੋਈ ਅਫਸਰ ਬਣੇਗਾ, ਕੋਈ ਨਾ ਕੋਈ ਸਾਇੰਟਿਸਟ ਬਣੇਗਾ, ਕੋਈ ਨਾ ਕੋਈ IAS IPS, ਕੋਈ ਪੁਲਿਸ ਦੇ ਵਿੱਚ ਜਾਏਗਾ, ਅਲੱਗ-ਅਲੱਗ ਫੀਲਡ ਦੇ ਵਿੱਚ ਜਾਣਗੇ ਤਾਂ ਆਪਣਾ ਜੋ ਹੈ ਉਹ ਸਮਾਜ ਨੂੰ ਵਿਕਾਸ ਦੇ ਰਾਹ ਤੇ ਲਿਆਉਣ ਦੇ ਵਿੱਚ ਯਤਨ ਕਰਨਗੇ। ਇਸ ਲਈ ਇਹ ਸਮਾਜ ਨੂੰ ਬਿਲਡਿੰਗ ਬਲੋਕ ਦਾ ਕੰਮ ਜੋ ਕਰਨ ਦੇ ਵਿੱਚ ਮਦਦ ਕਰਦਾ ਹੈ। ਅਗਰ ਆਪਾਂ ਸੰਵਿਧਾਨ ਦੇ ਵਿੱਚ ਗੱਲ ਕਰੀਏ ਕਿ ਸੰਵਿਧਾਨ ਦੇ ਵਿੱਚ ਸਿੱਖਿਆ ਦੇ ਬਾਰੇ ਹੋਰ ਕਿੱਥੇ-ਕਿੱਥੇ ਚਰਚਾ ਕੀਤੀ ਗਈ ਹੈ, ਸੰਵਿਧਾਨਿਕ ਪਿਛੋਕੜ ਦੇ ਬਾਰੇ ਦੇਖੀਏ ਤਾਂ ਮੂਲ ਰੂਪ ਜੋ ਬੇਸਿਕ ਸੰਵਿਧਾਨ ਜਦੋਂ ਲਾਗੂ ਹੋਇਆ ਸੀ, ਮੂਲ ਰੂਪ ਦੇ ਵਿੱਚ ਉਹੀ ਹੁੰਦਾ ਹੈ ਕਿ ਜਦੋਂ ਸੰਵਿਧਾਨ 1950 ਤੋਂ ਲਾਗੂ ਹੋਇਆ, ਉਦੋਂ ਸੰਵਿਧਾਨ ਦੇ ਵਿੱਚ ਸਿੱਖਿਆ ਦਾ ਅਧਿਕਾਰ, ਸਿੱਖਿਆ ਦੇ ਬਾਰੇ ਕਿੱਥੇ ਚਰਚਾ ਕੀਤੀ ਗਈ ਹੈ। ਸਿੱਖਿਆ ਦਾ ਅਧਿਕਾਰ ਤਾਂ ਇਹ 2009 ਦੇ ਐਕਟ ਤੋਂ ਬਾਅਦ ਬਣਿਆ ਨਾ। ਸੋ ਬੇਸਿਕਲੀ ਜੋ ਹੈ ਸੰਵਿਧਾਨ ਦੇ ਪਾਰਟ 4 ਭਾਗ 4 ਦੇ ਵਿੱਚ DPSP ਦੇ ਨਾਂ ਦੇ ਇੱਕ ਚੈਪਟਰ ਹੈ ਜਿਹਨੂੰ ਰਾਜ ਦੇ ਨੀਤੀ ਨਿਰਦੇਸ਼ਕ ਤੱਤ ਕਿਹਾ ਜਾਂਦਾ ਹੈ। ਉਹਦੇ ਵਿੱਚ ਆਰਟੀਕਲ 45 ਅਤੇ ਆਰਟੀਕਲ 39F ਦੇ ਵਿੱਚ ਕੀ ਕਿਹਾ ਗਿਆ ਕਿ ਰਾਜ ਦੇ ਦੁਆਰਾ ਫੰਡ ਦਿੱਤਾ ਜਾਵੇ ਤਾਂ ਜੋ ਬੱਚਿਆਂ ਨੂੰ ਸਿੱਖਿਆ ਪ੍ਰੋਵਾਈਡ ਕੀਤੀ ਜਾਏ। ਇਹ ਕਿਉਂ ਜੋੜਿਆ ਗਿਆ ਉਸ ਟਾਈਮ? ਕਿਉਂਕਿ ਉਸ ਟਾਈਮ ਆਪਣੇ ਭਾਰਤ ਦੇ ਵਿੱਚ ਅਗਰ ਸਿੱਖਿਆ ਦਾ ਪੱਧਰ ਦੇਖਿਆ ਜਾਵੇ ਤਾਂ ਸਿਰਫ 10 ਤੋਂ ਲੈ ਕੇ 20% ਲੋਕ ਹੀ ਪੜ੍ਹੇ ਲਿਖੇ ਸੀ।
ਉਸ ਇਸ ਤੋਂ ਜ਼ਿਆਦਾ ਨਹੀਂ ਸੀ। ਹੁਣ ਵੀ ਦੇਖਿਆ ਜਾਵੇ ਤਾਂ ਹੁਣ ਵੀ ਅਜੇ ਇੰਨਾ ਉੱਚਾ ਪੱਧਰ ਨਹੀਂ ਹੈ। ਸਿਰਫ 70 ਟੂ ਲੈ ਕੇ 75 ਤੱਕ ਤੱਕ ਲੋਕ ਹੀ ਸਿਰਫ ਅੱਜ ਤੱਕ ਪੜ੍ਹੇ ਹੋਏ ਆ, ਅਗਰ 2011 ਦੀ ਜਨਸੰਖਿਆ ਜੋ ਹੋਈ ਆ ਉਹਦੇ ਅਕੋਰਡਿੰਗ ਚੱਲਿਆ ਜਾਏ ਤਾਂ। ਇਸ ਦੇ ਨਾਲ ਹੀ ਸਿੱਖਿਆ ਦੇ ਅਧਿਕਾਰ ਬਾਰੇ ਅਗਰ ਪਹਿਲਾ ਅਧਿਕਾਰਿਕ ਦਸਤਾਵੇਜ਼ ਦੀ ਗੱਲ ਕਰੀਏ ਤਾਂ ਉਹ 1990 ਦੇ ਵਿੱਚ ਇੱਕ ਰਾਮ ਮੂਰਤੀ ਕਮੇਟੀ ਨੇ ਰਿਪੋਰਟ ਸੌਂਪੀ ਸੀ ਕਿ ਸਿੱਖਿਆ ਨੂੰ ਬੇਸਿਕ ਅਧਿਕਾਰ ਜੋ ਫੰਡਾਮੈਂਟਲ ਰਾਈਟ ਹੈ ਉਹ ਬਣਾ ਦਿੱਤਾ ਜਾਏ। ਫਿਰ ਇੱਕ ਤਪਸ ਮਜੂਮਦਾਰ ਕਮੇਟੀ ਹੋਈ 1999 ਦੇ ਵਿੱਚ ਬਣੀ ਏ, ਜਿਸ ਨੇ ਸਿੱਖਿਆ ਦੇ ਅਧਿਕਾਰ ਨੂੰ ਕੀ ਕਿਹਾ ਕਿ ਆਰਟੀਕਲ 20A ਦੇ ਵਿੱਚ ਸ਼ਾਮਲ ਕੀਤਾ ਜਾਵੇ। ਉਹਨੇ ਕਿਹਾ, ਕਿਹੜੀ ਕਮੇਟੀ ਨੇ ਕਿਹਾ? ਤਪਸ ਮਜੂਮਦਾਰ ਕਮੇਟੀ। ਠੀਕ ਹੈ। ਉਸ ਤੋਂ ਬਾਅਦ ਕੀ ਹੋਇਆ ਕਿ ਇੱਕ ਸੰਵਿਧਾਨ ਦੇ ਵਿੱਚ ਅਮੈਂਡਮੈਂਟ ਹੋਈ ਜਿਹਨੂੰ ਸੰਵਿਧਾਨਿਕ ਸੋਧ ਕਿਹਾ ਜਾਂਦਾ ਹੈ। ਉਹ 86ਵੀਂ ਸੋਧ ਸੀ 2002 ਦੇ ਵਿੱਚ ਹੋਈ ਤੇ ਸੰਵਿਧਾਨ ਦੇ ਭਾਗ ਤੀਜੇ ਜਿੱਥੇ ਆਪਣੇ ਫੰਡਾਮੈਂਟਲ ਰਾਈਟ ਰੱਖੇ ਹੋਏ ਆ। ਅਗਰ ਕੁਐਸਚਨ ਹੁੰਦਾ ਹੈ ਕਿ ਸੰਵਿਧਾਨ ਦੇ ਕਿਸ ਭਾਗ ਦੇ ਵਿੱਚ ਫੰਡਾਮੈਂਟਲ ਰਾਈਟ ਲਿਖੇ ਹੋਏ ਆ ਤਾਂ ਉਹ ਸੰਵਿਧਾਨ ਦਾ ਭਾਗ ਤੀਜਾ ਹੈ। ਠੀਕ ਹੈ। ਇਹਦੇ ਵਿੱਚ ਕੀ ਕਿਹਾ ਗਿਆ ਕਿ ਸੰਵਿਧਾਨ ਦੀ ਜੋ 86ਵੀਂ ਸੋਧ ਹੋਈ ਆ 2002 ਦੇ ਵਿੱਚ ਸਿੱਖਿਆ ਨੂੰ ਇੱਕ ਬੇਸਿਕਲੀ ਫੰਡਾਮੈਂਟਲ ਰਾਈਟ ਜੋ ਹੈ ਉਹ ਹੱਕ ਪ੍ਰਦਾਨ ਕੀਤਾ ਜਾਏ ਕਿ ਸਿੱਖਿਆ ਨੂੰ ਫੰਡਾਮੈਂਟਲ ਰਾਈਟ ਬਣਾ ਦਿੱਤਾ ਜਾਏ, ਕਿਉਂਕਿ ਇਸ ਦੀ ਸਿਫਾਰਿਸ਼ ਜੋ ਕੀਤੀ ਸੀ ਉਹ ਤਪਸ ਮਜੂਮਦਾਰ ਕਮੇਟੀ ਨੇ ਕੀਤੀ ਸੀ ਜੋ 1999 ਦੇ ਵਿੱਚ ਬਣੀ ਸੀ। ਸੋ ਕੋਈ ਵੀ ਲੋਅ ਬਣਦਾ ਹੈ ਉਸ ਤੋਂ ਪਹਿਲਾਂ ਇੱਕ ਕਮੇਟੀ ਬਣਾਈ ਜਾਂਦੀ ਹੈ ਕਿ ਆਪਣੇ ਭਾਰਤ ਦੇ ਵਿੱਚ ਕੀ ਸਥਿਤੀ ਹੈ ਉਸ ਨੂੰ ਲੈ ਕੇ ਉਹ ਕਮੇਟੀ ਹੀ ਅੱਗੇ ਪਾਰਲੀਮੈਂਟ ਦੇ ਵਿੱਚ ਜਾ ਕੇ ਦੱਸਦੀ ਹੈ ਕਿ ਇਹ ਸਥਿਤੀ ਹੈ, ਤੁਸੀਂ ਇਸ ਦੇ ਉੱਪਰ ਕੋਈ ਕਾਨੂੰਨ ਬਣਾਓ। ਠੀਕ ਹੈ। ਸੋ ਫਿਰ ਕੀ ਹੋਇਆ ਕਿ 86ਵੀਂ ਸੋਧ ਦੇ ਵਿੱਚ ਆਰਟੀਕਲ 20A ਨੂੰ ਸ਼ਾਮਿਲ ਕੀਤਾ ਗਿਆ, ਜਿਸ ਵਿੱਚ ਕੀ ਕਿਹਾ ਗਿਆ ਕਿ 6 ਤੋਂ ਲੈ ਕੇ 14 ਸਾਲ ਦੇ ਬੱਚਿਆਂ ਨੂੰ ਬੇਸਿਕ ਸਿੱਖਿਆ ਦਿੱਤੀ ਜਾਏ ਤੇ ਇਹ ਉਹਨਾਂ ਦਾ ਮੁੱਢਲਾ ਅਧਿਕਾਰ ਬਣਾ ਦਿੱਤਾ ਜਾਵੇ। ਮਤਲਬ ਮੁੱਢਲਾ ਅਧਿਕਾਰ ਉਹ ਹੁੰਦਾ ਹੈ ਜਿਹਨੂੰ ਕੋਈ ਵੀ ਸਰਕਾਰ ਕਿਸੇ ਵੀ ਸਮੇਂ ਖੋ ਨਹੀਂ ਸਕਦੀ। ਹਾਲਾਂਕਿ ਕੁਝ ਜੋ ਜਦੋਂ ਰਾਸ਼ਟਰਪਤੀ ਲਾਅ ਲਾਗੂ ਹੁੰਦਾ ਹੈ ਉਦੋਂ ਆਰਟੀਕਲ 19 ਜੋ ਹੈ ਪੂਰਾ ਰਿਪੈਲ ਹੋ ਜਾਂਦਾ ਹੈ। ਉਹ ਆਪਾਂ ਰਾਸ਼ਟਰਪਤੀ ਸ਼ਾਸਨ ਦੇ ਵਿੱਚ ਵੇਖਾਂਗੇ ਕਿ ਕਿਹੜੇ ਆਰਟੀਕਲ ਜੋ ਹੈ ਰਾਸ਼ਟਰਪਤੀ ਸ਼ਾਸਨ ਦੇ ਵਿੱਚ ਲਾਗੂ ਨਹੀਂ ਹੋ ਸਕਦੇ, ਉਹ ਬਾਅਦ ਦੀਆਂ ਗੱਲਾਂ ਨੇ। ਲੇਕਿਨ ਅਗਰ ਬੇਸਿਕਲੀ ਫੰਡਾਮੈਂਟਲ ਰਾਈਟ ਦੀ ਗੱਲ ਕਰਦੇ ਹਾਂ ਤਾਂ ਫੰਡਾਮੈਂਟਲ ਰਾਈਟ ਵਿੱਚ ਕੀ ਹੁੰਦਾ ਹੈ ਕਿ ਅਗਰ ਕੋਈ ਵੀ ਆਪਣੇ ਫੰਡਾਮੈਂਟਲ ਰਾਈਟ ਦਾ ਜੋ ਹੈ ਲਾਗੂ ਨਹੀਂ ਹੋ ਰਿਹਾ ਤਾਂ ਆਪਾਂ ਉਹਦੇ ਖਿਲਾਫ ਕੀ ਕਰ ਸਕਦੇ ਹਾਂ? ਸੁਪਰੀਮ ਕੋਰਟ ਔਰ ਹਾਈ ਕੋਰਟ ਦੇ ਵਿੱਚ ਜਾ ਕੇ ਕੇਸ ਲਾ ਸਕਦੇ ਹਾਂ ਕਿ ਸਾਡਾ ਇਹ ਅਧਿਕਾਰ ਲਾਗੂ ਨਹੀਂ ਹੋ ਰਿਹਾ, ਇਹਨੂੰ ਲਾਗੂ ਕੀਤਾ ਜਾਏ। ਇਸ ਲਈ ਆਪਾਂ ਨੂੰ ਪਹਿਲਾਂ ਡਿਸਟ੍ਰਿਕਟ ਕੋਰਟ ਦੇ ਵਿੱਚ ਜਾਣ ਦੀ ਲੋੜ ਨਹੀਂ ਹੈ, ਸਿੱਧਾ ਆਪਾਂ ਸੁਪਰੀਮ ਕੋਰਟ ਔਰ ਹਾਈ ਕੋਰਟ ਦੇ ਵਿੱਚ ਜਾ ਸਕਦੇ ਹਾਂ ਫੰਡਾਮੈਂਟਲ ਰਾਈਟ ਅਗਰ ਕੋਈ ਆਪਣਾ ਡਿਨਾਈ ਹੋ ਰਿਹਾ ਤਾਂ। ਸੋ 86ਵੀਂ ਸੋਧ ਦੇ ਵਿੱਚ ਕੀ ਕੀਤਾ ਗਿਆ ਕਿ ਸਿੱਖਿਆ ਦੇ ਅਧਿਕਾਰ ਦੇ ਤਹਿਤ ਇੱਕ ਬਿੱਲ ਪਾਸ ਕੀਤਾ 2008 ਦੇ ਵਿੱਚ ਤੇ ਅੰਤ ਵਿੱਚ ਕੀ ਕੀਤਾ ਕਿ ਇਸ ਬਿੱਲ ਨੇ ਸਿੱਖਿਆ ਦਾ ਅਧਿਕਾਰ RTE ਐਕਟ, ਰਾਈਟ ਟੂ ਐਜੂਕੇਸ਼ਨ ਐਕਟ ਦੇ ਨਾਂ ਨਾਲ ਇੱਕ ਅਧਿਕਾਰ ਬਣ ਗਿਆ 2009 ਦੇ ਅਕੋਰਡਿੰਗ। ਉਹਨੇ ਕੀ ਕੀਤਾ ਕਿ ਇੱਕ ਫੋਲੋ ਅਪ ਕਾਨੂੰਨ ਬਣਾ ਦਿੱਤਾ ਕਿ ਸਿੱਖਿਆ ਦਾ ਅਧਿਕਾਰ ਜੋ ਹੈ ਹੁਣ ਇਸ ਤੋਂ ਬਾਅਦ ਬੇਸਿਕਲੀ ਫੰਡਾਮੈਂਟਲ ਰਾਈਟ ਪਰਮਾਨੈਂਟ ਹੋ ਗਿਆ। ਸੋ ਅਗਰ ਆਪਾਂ ਸਿੱਖਿਆ ਦੇ ਅਧਿਕਾਰ ਦੀਆਂ ਵਿਸ਼ੇਸ਼ਤਾਵਾਂ ਦੀ ਗੱਲ ਕਰੀਏ ਤਾਂ ਉਹ ਮੈਂ ਬਾਅਦ ਚ ਇੱਕ ਵਾਰੀ ਡਿਸਕਸ਼ਨ ਕਰਦਾ। ਅਗਰ ਰਿਸ਼ਿਤਾ ਮੈਮ ਕੁਝ ਐਡ ਕਰਨਾ ਚਾਹੁੰਦੇ ਆ ਤਾਂ ਤੁਸੀਂ ਕਰ ਸਕਦੇ ਹੋ। ਹਾਂਜੀ ਮੈਮ ਬੋਲੋ। ਹਾਂਜੀ ਹਾਂਜੀ ਮੈਮ ਆਵਾਜ਼ ਆ ਰਹੀ ਹੈ। ਹਾਂਜੀ ਆ ਰਹੀ ਹੈ ਆਵਾਜ਼, ਬੋਲੋ। ਹਾਂਜੀ ਸਰ, ਪਰੰਤੂ ਜੋ ਆਪਾਂ ਇੰਪਲੀਮੈਂਟੇਸ਼ਨ ਇਹਦੇ ਵਿੱਚ ਜੋ ਆਪਾਂ ਇੰਪਲੀਮੈਂਟੇਸ਼ਨ ਮਤਲਬ ਗਵਰਨਮੈਂਟ ਫੋਰਸ ਦੇ ਵਿੱਚ ਆਇਆ ਸੀ 2010 ਦੇ ਵਿੱਚ, ਲੇਕਿਨ ਇਹਦਾ ਨਾਮ 2009 ਦੇ ਵਿੱਚ ਜੋ ਇਹ ਸਾਈਨ ਹੋਇਆ ਸੀ ਬਾਈ ਦਾ ਪ੍ਰੈਜ਼ੀਡੈਂਟ ਉਹ 26 ਅਗਸਤ 2009 ਨੂੰ ਹੋਇਆ ਸੀਗਾ। ਤੇ ਲੇਕਿਨ ਜੋ ਜੰਮੂ ਐਂਡ ਕਸ਼ਮੀਰ ਦਾ ਏਰੀਆ ਹੈ ਜੋ ਕਿ ਬਾਅਦ ਦੇ ਵਿੱਚ ਆਇਆ ਹੈ, ਜੰਮੂ ਐਂਡ ਕਸ਼ਮੀਰ ਦੇ ਵਿੱਚ ਇਹ 30 ਅਕਤੂਬਰ 2019 ਦੇ ਵਿੱਚ ਮਤਲਬ ਪਿਛਲੇ 2 ਸਾਲਾਂ ਦੇ ਵਿੱਚ ਐਡ ਕੀਤਾ ਗਿਆ ਹੈ। ਮਤਲਬ ਅਗਰ ਗੱਲ ਕਰੀਏ ਕਿ ਕਿਹੜੀ ਸਟੇਟ ਦੇ ਵਿੱਚ ਇਹ ਲਾਗੂ ਨਹੀਂ ਹੋਇਆ ਸੀ ਜਦੋਂ ਇਹ ਲਾਅ ਬਣਿਆ ਸੀ ਤਾਂ ਉਦੋਂ ਸਿਰਫ ਜੰਮੂ ਕਸ਼ਮੀਰ ਸੀ।
ਲੇਕਿਨ ਹੁਣ ਇਹ ਜੰਮੂ ਕਸ਼ਮੀਰ ਯੂਨੀਅਨ ਟੈਰੀਟਰੀ ਬਣ ਚੁੱਕੀ ਹੈ, ਸੋ ਜੰਮੂ ਕਸ਼ਮੀਰ ਵਿੱਚ ਵੀ ਇਹ ਲਾਗੂ ਹੋ ਚੁੱਕਿਆ ਹੈ ਜਦੋਂ ਦੀ ਯੂਟੀ ਬਣੀ ਹੈ ਜੰਮੂ ਕਸ਼ਮੀਰ ਔਰ ਲਦਾਖ, ਦੋਨਾਂ ਦੇ ਵਿੱਚ ਹੀ ਲਾਗੂ ਹੋ ਚੁੱਕਿਆ। ਹੋਰ ਕੁਝ ਮੈਮ ਐਡ ਕਰਨਾ? ਓਕੇ, ਸੋ ਅਗਰ ਆਪਾਂ ਸਿੱਖਿਆ ਦੇ ਅਧਿਕਾਰ ਦੇ ਐਕਟ ਦੀਆਂ ਵਿਸ਼ੇਸ਼ਤਾਵਾਂ ਦੇ ਬਾਰੇ, ਕਰੈਕਟਰਿਸਟਿਕਸ ਦੇ ਬਾਰੇ ਦੇਖਦੇ ਹਾਂ ਕੀ ਇਹਦੇ ਵਿੱਚ ਐਡ ਕੀਤਾ ਗਿਆ। ਇਹਦੇ ਵਿੱਚ ਐਡ ਕੀਤਾ ਗਿਆ ਫਸਟ ਕਿ 6 ਤੋਂ ਲੈ ਕੇ 14 ਸਾਲ ਦੇ ਬੱਚੇ ਜੋ ਹੋਣਗੇ ਉਹਨਾਂ ਨੂੰ ਮੁੱਢਲੀ ਸਿੱਖਿਆ ਦਿੱਤੀ ਜਾਏਗੀ। ਠੀਕ ਹੈ, ਬੇਸਿਕ ਐਜੂਕੇਸ਼ਨ ਪ੍ਰੋਵਾਈਡ ਕੀਤੀ ਜਾਏਗੀ ਉਹਨਾਂ ਨੂੰ। ਇਸ ਦੇ ਨਾਲ ਹੀ ਕੀ ਇੱਕ ਅਧਿਕਾਰ ਜੋ ਹੈ ਲੋ ਬਣਾ ਦਿੱਤਾ ਗਿਆ ਕਿ ਇਹਨੂੰ ਆਰਟੀਕਲ 21A ਦੇ ਵਿੱਚ ਰੱਖ ਦਿੱਤਾ ਗਿਆ, ਜੋ ਫੰਡਾਮੈਂਟਲ ਰਾਈਟ ਦੇ ਬਣਾ ਦਿੱਤਾ ਗਿਆ ਮਤਲਬ ਇਹਨੂੰ। ਸੋ ਐਕਟ ਦੇ ਵਿੱਚ ਕੁਝ ਜੋ ਹੈ ਰਿਜ਼ਰਵੇਸ਼ਨ ਵੀ ਰੱਖੀ ਗਈ, ਉਹ ਹੈ 25% ਰਿਜ਼ਰਵੇਸ਼ਨ ਹੈ। ਉਹ ਕਿੰਨਾ ਦੇ ਲਈ ਰੱਖੀ ਗਈ ਹੈ? SC ਔਰ ST ਕਮਿਊਨਿਟੀ, ਸਮਾਜਿਕ ਤੌਰ ਤੇ ਪਿਛੜੇ ਵਰਗ ਮਤਲਬ OBC ਲਈ। ਹੁਣ ਤਾਂ EWS ਲਈ ਵੀ ਸ਼ਾਇਦ ਹੋ ਜੇ, ਲੇਕਿਨ ਇਹ ਤਾਂ ਸਟੇਟ ਗਵਰਨਮੈਂਟ ਤੇ ਡਿਪੈਂਡ ਕਰਦਾ ਹੈ, ਕਿਉਂਕਿ ਸੈਂਟਰ ਗਵਰਨਮੈਂਟ ਨੇ ਕਿਹਾ ਹੈ ਕਿ ਇਹ ਸਟੇਟ ਗਵਰਨਮੈਂਟ ਤੇ ਡਿਪੈਂਡ ਕਰਦਾ ਹੈ ਕਿ ਉਹ EWS ਨੂੰ ਕਿਸ ਤਰ੍ਹਾਂ ਲੈ ਕੇ ਚੱਲਦੀ ਹੈ। ਸੋ ਇਸ ਦੇ ਨਾਲ ਕੀ ਕੀਤਾ ਗਿਆ ਕਿ ਅਲੱਗ ਢੰਗ ਨਾਲ ਯੋਗ ਮਤਲਬ ਜੋ ਸਰੀਰਕ ਕਿਸੇ ਨੂੰ ਡਿਸੇਬਿਲਿਟੀ ਹੈ, ਕੋਈ ਅਪੰਗਤਾ ਹੈ ਜਾਂ ਕੋਈ ਵੀ ਗਵਰਨਮੈਂਟ ਇਹਦੇ ਤੇ ਲੋ ਬਣਾ ਸਕਦੀ ਹੈ। ਸੋ ਕਿਸੇ ਨੂੰ ਐਡ ਕਰਨ ਲਈ, ਜਿਵੇਂ ਆਪਾਂ ਤੇਲੰਗਾਨਾ ਦੇ ਵਿੱਚ ਵੇਖੀਏ ਉੱਥੇ ਕੀ ਹੈ 69% ਰਿਜ਼ਰਵੇਸ਼ਨ ਹੈ ਇੱਕ ਕਮਿਊਨਿਟੀ ਨੂੰ ਐਡ ਕਰਨ ਲਈ। ਸੋ ਵੈਸੇ ਤਾਂ ਸੁਪਰੀਮ ਕੋਰਟ ਨੇ ਕਿਹਾ ਹੋਇਆ ਕਿ 50% ਤੋਂ ਉੱਪਰ ਨਹੀਂ ਜਾਏਗੀ। ਸੋ ਇਹ ਬਾਅਦ ਦੀਆਂ ਗੱਲਾਂ ਨੇ ਕਿ ਕ੍ਰੀਮੀ ਲੇਅਰ ਕੀ ਹੈ ਉਹ ਆਪਾਂ ਚਰਚਾ ਕਰਾਂਗੇ ਜਦੋਂ ਸੁਪਰੀਮ ਕੋਰਟ ਦੇ ਬਾਰੇ ਡਿਸਕਸ ਕਰਾਂਗੇ। ਸੋ ਇਸ ਤੋਂ ਅੱਗੇ ਆਉਂਦਾ ਹੈ ਕਿ ਜੋ RT ਐਕਟ ਹੈ ਉਹ ਕਿਸ ਚੀਜ਼ ਨੂੰ ਰੋਕਦਾ ਹੈ। ਇੱਕ ਤਾਂ ਸਰੀਰਕ ਸਜ਼ਾ ਔਰ ਮਾਨਸਿਕ ਤਸੀਹੇ ਬੱਚੇ ਨੂੰ ਨਹੀਂ ਦਿੱਤੇ ਜਾਣਗੇ। ਮਤਲਬ ਅਗਰ ਆਪਾਂ ਸਕੂਲ ਦੇ ਵਿੱਚ ਦੇਖਿਆ ਜਾਏ ਕਿ ਪਹਿਲਾਂ ਜੋ ਟੀਚਰ ਸੀ ਉਹ ਬੱਚੇ ਨੂੰ ਕਾਫੀ ਸਾਰਾ ਕੁੱਟਮਾਰ ਕਰਦੇ ਸੀ, ਉਸ ਨੂੰ ਮਾਨਸਿਕ ਪ੍ਰਤਾੜਨਾ ਦਿੰਦੇ ਸੀ। ਹੁਣ ਅਗਰ ਦੇਖੀਏ ਤਾਂ ਉਹ ਕਾਫੀ ਹੱਦ ਤੱਕ ਘੱਟ ਹੈ। ਅਗਰ ਕੋਈ ਬੱਚੇ ਨੂੰ ਕੋਈ ਟੀਚਰ ਕੁੱਟ ਦਿੰਦਾ ਤਾਂ ਉਹਦਾ ਮਾਂ ਪਿਓ ਉੱਥੇ ਸਕੂਲ ਦੇ ਵਿੱਚ ਚਲਾ ਜਾਂਦਾ ਕਿ ਤੁਸੀਂ ਮੇਰੇ ਬੱਚੇ ਨੂੰ ਕਿਉਂ ਕੁੱਟਿਆ। ਹਾਲਾਂਕਿ ਉਹਨਾਂ ਨੂੰ ਇਹ ਐਕਟ ਦੇ ਬਾਰੇ ਨਹੀਂ ਪਤਾ, ਲੇਕਿਨ ਫਿਰ ਵੀ ਜੋ ਟੀਚਰ ਨੂੰ ਹੈ ਉਹ ਪਤਾ ਹੋਣਾ ਚਾਹੀਦਾ ਹੈ ਕਿ ਬੱਚੇ ਨੂੰ ਸਰੀਰਕ ਸਜ਼ਾ ਨਹੀਂ ਦੇਣੀ ਚਾਹੀਦੀ, ਨਾ ਹੀ ਕੋਈ ਮਾਨਸਿਕ ਇਹੋ ਜਿਹੀ ਗੱਲ ਕਹਿਣੀ ਚਾਹੀਦੀ ਕਿ ਬੱਚੇ ਨੂੰ ਮਾਨਸਿਕ ਚੋਟ ਲੱਗੇ। ਇਸ ਦੇ ਨਾਲ ਇੱਕ ਚੀਜ਼ ਤੇ ਹੋਰ ਰੋਕ ਲਗਾਏਗੀ ਕਿ ਬੱਚਿਆਂ ਦੇ ਦਾਖਲੇ ਲਈ ਕੋਈ ਸਕਰੀਨਿੰਗ ਟੈਸਟ ਨਹੀਂ ਹੋਏਗਾ, ਕੋਈ ਵੀ ਉਹਨਾਂ ਦੇ ਲਈ ਕੋਈ ਆਬਜੈਕਟਿਵ ਟਾਈਪ ਕੁਐਸਚਨ ਪੇਪਰ ਨਹੀਂ ਰੱਖਿਆ ਜਾਏਗਾ ਕਿ ਬੱਚਿਆਂ ਨੂੰ ਦਾਖਲਾ ਲੈਣ ਦੇ ਪਹਿਲਾਂ ਉਹ ਟੈਸਟ ਪਾਸ ਕਰਨਾ ਹੋਏਗਾ। ਇਸ ਦੇ ਨਾਲ ਕੋਈ ਵੀ ਕੈਪਸ਼ਨ ਫੀਸ ਨਹੀਂ ਰੱਖੀ ਜਾਏਗੀ, ਮਤਲਬ ਬੱਚੇ ਦਾ ਜੋ ਸਕੂਲ ਦੇ ਵਿੱਚ ਦਾਖਲਾ ਹੈ ਉਹ ਬਿਲਕੁਲ ਮੁਫਤ ਹੋਏਗਾ, ਸਾਰੀ ਪੜ੍ਹਾਈ ਉਹਦੀ ਬਿਲਕੁਲ ਮੁਫਤ ਹੋਏਗੀ। ਇਸ ਦੇ ਨਾਲ ਕੀ ਹੈ, ਜੋ ਵੀ ਗਵਰਨਮੈਂਟ ਟੀਚਰ ਹੈ ਉਹ ਟੀਚ ਕਰ ਰਿਹਾ ਹੈ ਤਾਂ ਉਹਨੂੰ ਪ੍ਰਾਈਵੇਟ ਟਿਊਸ਼ਨ ਪੜ੍ਹਾਉਣ ਤੇ ਬਿਲਕੁਲ ਮਨਾਹੀ ਹੈ। ਹਾਲਾਂਕਿ ਸਰਕਾਰੀ ਟੀਚਰ ਬਹੁਤ ਸਾਰੇ ਕਰਦੇ ਆ ਅਗਰ ਦੇਖਿਆ ਜਾਏ ਤਾਂ, ਲੇਕਿਨ ਇਹ ਰੋਕ ਲਗਾਈ ਗਈ ਹੈ ਗਵਰਨਮੈਂਟ ਨੇ RT ਐਕਟ ਦੇ ਅਕੋਰਡਿੰਗ। ਬਿਨਾਂ ਕਿਸੇ ਮਾਨਤਾ ਦੇ ਕੋਈ ਵੀ ਬੰਦਾ ਸਕੂਲ ਨਹੀਂ ਚਲਾ ਸਕਦਾ, ਉਹਨੂੰ ਮਾਨਤਾ ਲੈਣੀ ਪਏਗੀ। ਜਿਵੇਂ ਪੰਜਾਬ ਦੇ ਵਿੱਚ ਕੋਈ ਸਕੂਲ ਚਲਾਉਂਦਾ ਹੈ ਤਾਂ ਉਹਨੂੰ ਪੰਜਾਬ ਗਵਰਨਮੈਂਟ ਤੋਂ ਮਾਨਤਾ ਲੈਣੀ ਜ਼ਰੂਰੀ ਹੈ। ਇਸ ਦੇ ਨਾਲ ਹੀ ਕੀ ਕੀਤਾ ਕਿ ਬੱਚਿਆਂ ਦੇ ਚਾਈਲਡ ਸੈਂਟਰਡ ਜੋ ਹੈ ਸਿੱਖਿਆ ਪ੍ਰਣਾਲੀ ਨੂੰ ਵਧਾਇਆ ਗਿਆ। ਪਹਿਲਾਂ ਇਹ ਸੀ ਕਿ ਟੀਚਰ ਸੈਂਟਰਡ ਐਜੂਕੇਸ਼ਨ ਪ੍ਰੋਵਾਈਡ ਕਰਵਾਈ ਜਾਂਦੀ ਸੀ ਬੱਚਿਆਂ ਨੂੰ, ਸੋ ਬੱਚਿਆਂ ਨੂੰ ਇੰਨਾ ਪੱਲੇ ਨਹੀਂ ਪੈਂਦਾ ਸੀ ਕੁਝ ਵੀ। ਚਾਈਲਡ ਸੈਂਟਰਡ ਦੇ ਬਾਰੇ ਮੈਂ ਵੈਸੇ ਤਾਂ ਕੱਲ ਦੇ ਲੈਕਚਰ ਵਿੱਚ ਵੀ ਦੱਸ ਚੁੱਕਿਆ ਕਿ ਚਾਈਲਡ ਸੈਂਟਰਡ ਦੇ ਵਿੱਚ ਕੀ ਹੋਣਾ ਚਾਹੀਦਾ ਕਿ ਬੱਚੇ ਦੀ ਮੈਂਟਲ ਅਬਿਲਿਟੀ ਨੂੰ ਦੇਖਿਆ ਜਾਏ, ਬੱਚੇ ਦਾ ਲਰਨਿੰਗ ਪਾਵਰ ਕੀ ਹੈ, ਬੱਚਾ ਕਿਸ ਮੈਥਡ ਨਾਲ ਜਲਦੀ ਸਿੱਖ ਰਿਹਾ ਉਸ ਨੂੰ ਦੇਖਣਾ, ਹੋਰ ਵੀ ਇਹੋ ਜਿਹੀਆਂ ਕਈ ਗੱਲਾਂ ਜੋ ਬੱਚੇ ਨੂੰ ਲੈ ਕੇ ਬੱਚੇ ਦਾ ਬੈਕਗਰਾਉਂਡ ਦੇਖਣਾ। ਸੋ ਇਹੀ ਹੈ ਚਾਈਲਡ ਸੈਂਟਰਡ ਲਰਨਿੰਗ। ਇੱਕ ਤਾਂ ਹੁੰਦੀ ਹੈ ਚਾਈਲਡ ਸੈਂਟਰਡ ਲਰਨਿੰਗ, ਇੱਕ ਹੁੰਦੀ ਹੈ ਟੀਚਰ ਸੈਂਟਰਡ ਲਰਨਿੰਗ। ਆਪਾਂ ਚਾਈਲਡ ਸੈਂਟਰਡ ਲਰਨਿੰਗ ਦੇ ਉੱਪਰ ਹੀ ਲੈ ਕੇ ਚੱਲਣਾ ਹੈ। ਨਾਲ ਹੀ ਬੱਚੇ ਨੂੰ ਕੋਈ ਵੀ ਡਰ, ਸਦਮਾ ਅਤੇ ਚਿੰਤਾ ਤੋਂ ਮੁਕਤ ਕਰਨ ਦੇ ਉੱਪਰ ਵੀ ਬਲ ਦਿੱਤਾ ਗਿਆ ਹੈ ਕਿ ਬੱਚੇ ਨੂੰ ਕਿਸੇ ਪ੍ਰਕਾਰ ਦੇ ਡਰ ਦੇ ਕੇ ਉਹਨੂੰ ਕੋਈ ਕੰਮ ਕਰਨ ਨੂੰ ਕਹਿਣਾ ਜਾਂ ਕਿਸੇ ਪ੍ਰਕਾਰ ਦੀ ਚਿੰਤਾ ਦੇਣੀ, ਉਹ ਬਿਲਕੁਲ ਹੀ ਖਤਮ ਕਰਨ ਦੀ ਗੱਲ ਕੀਤੀ ਗਈ ਹੈ।
ਸੋ ਇਹ ਹੈ ਆਰਟੀ ਐਕਟ 2009। ਸੋ ਇਥੋਂ ਤੱਕ ਕਿਸੇ ਨੂੰ ਲੈ ਕੇ ਕੋਈ ਡਾਊਟ ਹੋਏ ਤਾਂ ਪੁੱਛ ਸਕਦਾ, ਹੈਂਡ ਰੇਜ਼ ਕਰ ਲਿਓ, ਮੈਡਮ ਅਨਮਿਊਟ ਕਰ ਦੇਣਗੇ ਮਾਈਕ। ਅਗਰ ਮੈਮ ਤੁਸੀਂ ਵੀ ਐਡ ਕਰਨਾ ਚਾਹੁੰਦੇ ਹੋ ਤਾਂ ਕਰ ਲਓ। ਹਾਂਜੀ वैसे तो सारा ऑलमोस्ट कवर हो ही गया है। ਹਾਂਜੀ लाइक द डिटेल्स इतनी इंपॉर्टेंट हो जाती है ना कि अगर बाय चांस कोई भी बच्चा स्कूल ਦੇ ਵਿੱਚ ड्रॉप आउट है, मतलब ਉਸ ਜਿੱਦਾਂ ਪਹਿਲਾਂ ਤੋਂ ਐਡਮਿਸ਼ਨ ਨਹੀਂ ਹੋਈ, ਅਗਰ हम ਐਵੇਂ ਪਿੱਛੇ ਜਿਹੜੀ ਹੁੰਦੀ ਹੈ ਇਸ ਦੇ ਬੇਸ ਆਪਾਂ ਦੇਵਾਂਗੇ ਸਕੂਲ ਦੇ ਵਿੱਚ ਕੋਈ ਵੀ ਨਵਾਂ ਬੱਚਾ ਆਉਂਦਾ ਅਗਰ ਉਹਦੀ ਮਤਲਬ ਜਿਵੇਂ ਏਜ ਦਾ 9 ਸਾਲ ਹੈ ਤਾਂ ਉਹਨੂੰ 9 ਸਾਲ ਦੇ ਅਕੋਰਡਿੰਗ ਇਸ ਕਲਾਸ ਦੇ ਵਿੱਚ ਬੰਦਾ ਹੈ ਮਤਲਬ 4th ਕਲਾਸ ਦੇ तो उसके अकॉर्डिंग ही एडमिशन देनी है। और अगर जिसको देखिए तो उनकी फीस तो ज़्यादा है बट उन्होंने पहला भी नहीं आता, अगर उन्होंने पीबीसी तक भी नहीं आती, उड़ा आड़ा भी नहीं आता, तो उनके लिए टीचर्स की करनी से ਜਿਹੜਾ ਉਹ ਉਹਨਾਂ ਬੱਚੇ ਨੂੰ ਪ੍ਰੋਵਾਈਡ ਕੀਤਾ ਜਾਏਗਾ। ਹਾਂ ਮਤਲਬ ਐਕਸਟਰਾ ਕਲਾਸਿਸ ਉਹਨਾਂ ਲਈ ਲਗਾਈਆਂ ਜਾਣੀਆਂ। एक्स्ट्रा क्लासेस ਹਾਂਜੀ ਪ੍ਰਿੰਸੀਪਲਸ ਵਗੈਰਾ ਨੇ ਐਡ ਕੀਤੇ ਜਾਣਗੇ। ਹੋਰ ਕੁਝ? ਚਲੋ ਇੱਕ ਵਾਰੀ ਅਨਮਿਊਟ ਕਰ ਦਿਓ ਮਾਈਕ, ਕਿਸੇ ਦਾ ਕੋਈ ਹੈ ਡਾਊਟ ਤਾਂ ਪੁੱਛ ਲੇਗਾ। ਹਾਂਜੀ ਸਰ ਆਈ ਥਿੰਕ ਹਾਂਜੀ ਅਨਮਿਊਟ ਕਰ ਸਕਦੇ ਹੋ ਜਿਨ੍ਹਾਂ ਨੇ ਹੈਂਡ ਰੇਜ਼ ਕੀਤਾ ਹੋਇਆ। ਹੋਇਆ ਨਹੀਂ ਹੈ ਐਕਚੁਅਲੀ ਮੇਰੇ ਖਿਆਲ, ਹੋਇਆ ਨਹੀਂ ਹੈ ਮੈਮ। ਜੋ ਥੱਲੇ ਬਲੂ ਟਿਕ ਆਂਦਾ ਉਹਨੂੰ ਥੋੜਾ ਜਿਹਾ ਸੈੱਟ ਕਰਕੇ ਦੇਖੋ। ਹਾਂ ਹੋ ਗਿਆ। ਹਾਂਜੀ ਕੁਐਸਚਨ ਪੁੱਛ ਸਕਦੇ ਹੋ। ਰੈਡਮੀ ਕੁਐਸਚਨ ਪੁੱਛ ਸਕਦੇ ਹੋ। ਹਾਂਜੀ ਬੋਲੋ। ਹਾਂਜੀ ਸੰਜੇ। ਮੈਂ ਪੁੱਛਣਾ ਹੈਗਾ ਕਿ ਆਪਾਂ ਜਦੋਂ ਸਟਾਰਟਿੰਗ ਹੋਈ ਸੀਗੀ ਆਰਟੀ ਦੀ, ਹਾਂ ਹਾਂ, ਤੇ ਉਹ ਸਟਾਰਟਿੰਗ ਜਿਹੜੀ ਹੋਈ ਸੀਗੀ ਇੱਕੋ ਆ ਰਹੀ ਹੈ, ਕਿਸੇ ਦਾ ਮਾਈਕ ਮਿਊਟ ਨਹੀਂ ਹੋ, ਮਿਊਟ ਕਰ ਲਓ, ਜੇ ਬਾਕੀ ਮਾਈਕ ਮਿਊਟ ਕਰ ਲਓ, ਜੋ ਕੁਐਸਚਨ ਪੁੱਛ ਰਿਹਾ ਉਹੀ ਬੋਲੇ ਸਿਰਫ। ਹਾਂ ਸੰਜੇ ਮੈਂ ਕਹਿ ਰਿਹਾ ਸੀਗਾ ਮੈਂ ਜਦੋਂ ਆਰਟੀਐਸ ਨੂੰ ਜਦੋਂ ਸ਼ੁਰੂ ਦੇ ਵਿੱਚ ਲੈ ਕੇ ਆਏ ਸੀਗੇ ਤਾਂ ਇਹ 1910 ਦੇ ਵਿੱਚ ਲੈ ਕੇ ਆਏ ਸੀਗੇ। ਹਾਂ ਹਾਂ ਲੇਕਿਨ ਉਹ ਬ੍ਰਿਟਿਸ਼ ਰੂਲ ਦੇ ਵਿੱਚ ਆਇਆ ਸੀ ਨਾ, ਉਹ ਫਿਰ ਆਪਣੇ ਤੋਂ ਪੁੱਛਿਆ ਨਹੀਂ ਜਾਏਗਾ, ਮੇਨਲੀ ਆਪਣੇ ਤੋਂ ਪੁੱਛਿਆ ਜਾਏਗਾ ਆਰਟੀ ਐਕਟ ਜੋ 2009 ਹੈ ਉਹਦੇ ਤੇ ਕੁਐਸਚਨ ਰਿਲੇਟਡ ਹੋ ਕੇ ਪੁੱਛਿਆ ਜਾਏਗਾ ਨਾ। ਐਡ ਕੰਪਨੀ ਹੈ ਕਿ ਚਲੋ ਕਦੋਂ ਫਰਸਟ ਟਾਈਮ ਹੈ ਕਿ ਕਦੋਂ ਐਡ ਕੀਤਾ ਗਿਆ ਸੀਗਾ ਹਾਂ ਹਾਂ ਉਹ ਯੂਪੀਐਸਸੀ ਲਈ ਬਹੁਤ ਜ਼ਰੂਰੀ ਹੈ, ਆਪਾਂ ਕਰਾਂਗੇ ਆਨਸਰ ਰਾਈਟਿੰਗ ਉਹਦੇ ਤੇ ਵੀ। ਹਾਂ ਬਾਕੀ ਐਨਟੀਟੀ ਲਈ ਇੰਨਾ ਹੀ ਬਹੁਤ ਹੈ, ਆਰਟੀਆਈ ਐਕਟ 2009 ਪੜ੍ਹ ਲੈਣ ਤਾਂ ਇਹ ਕਾਫੀ ਹੈ। ਹਾਂਜੀ ਕੋਈ ਹੋਰ ਕੁਐਸਚਨ? ਹਾਂ ਹਾਂ ਬੋਲ। ਆਲ ਇੰਡੀਆ ਦੇ ਵਿੱਚ ਕਦੋਂ ਸ਼ੁਰੂ ਹੋਇਆ ਇਹਦਾ ਸਨ ਹੈਗਾ 1 ਅਪ੍ਰੈਲ 2010 ਹੈਗਾ, ਸਹੀ ਹੈ 1 ਅਪ੍ਰੈਲ 2010। ਹਾਂ 1 ਅਪ੍ਰੈਲ 2010 ਠੀਕ ਹੈ। ਐਕਸਪੈਕਟਡ ਜੰਮੂ ਔਰ ਦੋਨੇ ਸੀਗੇ। ਹਾਂ ਮਤਲਬ ਜੰਮੂ ਵਿੱਚ ਹੀ ਨਹੀਂ ਲਾਗੂ ਹੋਇਆ ਸੀ, ਹੁਣ ਤਾਂ ਇਹ 2 ਯੂਟੀ ਬਣਾਤੀਆਂ 2017 ਦੇ ਨੇੜੇ ਤੇੜੇ। ਓਕੇ ਹਾਂ ਕੋਈ ਹੋਰ ਕੁਐਸਚਨ? ਲਾਂਚ ਮਤਲਬ ਐਕਟ 2009 ਵਾਲਾ ਗਣਿੰਦਾ, ਪਰ ਲਾਂਚ ਲਾਗੂ ਜੋ ਹੋਇਆ ਉਹ 1 ਅਪ੍ਰੈਲ 2010 ਤੋਂ ਹੋਇਆ। ਹਾਂ ਕੋਈ ਹੋਰ ਕਿਸੇ ਦਾ ਡਾਊਟ? ਹਾਂ ਹਾਂ ਅਮੈਂਡਮੈਂਟ ਨਹੀਂ ਹੋਈ ਸੀ, ਅਮੈਂਡਮੈਂਟ ਇਸ ਤੋਂ ਪਹਿਲਾਂ ਹੋਈ ਸੀ, 86ਵੀਂ ਸੋਧ ਹੋਈ ਸੀ। ਹਾਂ ਹਾਂ ਕੋਈ ਡਾਊਟ?
ਬਣ ਲੇਗਾ। ਹਾਂ 30 ਰੱਖੇ ਹੋਏ ਸੀ ਪ੍ਰਾਇਮਰੀ ਲਈ। ਹਾਂਜੀ ਇਹਦੇ ਵਿੱਚ ਟੀਚਰ ਇਹਦੇ ਵਿੱਚ ਕੀ ਹੈ ਕਿ ਜਿਵੇਂ ਜੋ 30 ਸਟੂਡੈਂਟ ਹੈ ਕਿ 25 ਸਟੂਡੈਂਟ ਹੈ ਮੈਨੂੰ 30 ਹੈ ਪ੍ਰਾਇਮਰੀ ਲਈ ਔਰ ਗਵਰਨਮੈਂਟ ਟੀਚਰ ਤੇ ਦੇ ਇੱਕ ਮਿੰਟ ਸਰਬਜੀਤ ਕੌਰ ਮਾਈਕ ਮਿਊਟ ਕਰਿਓ ਆਪਣਾ। और जो 150 ਤੋਂ 200 ਦੇ ਵਿੱਚ ਸਟੂਡੈਂਟਸ ਨੇ ਤਾਂ 5 ਉਹ ਤਾਂ ਮੈਮ ਫਿਰ ਵਨ ਟੀਚਰ ਦੇ ਅਕੋਰਡਿੰਗ ਹੀ ਹੋਏਗਾ ਨਾ ਅਗਰ ਤੁਹਾਨੂੰ ਪਤਾ ਹੈ ਕਿ ਇੱਕ ਟੀਚਰ ਦਾ 30 ਸਟੂਡੈਂਟ ਹੋਣਗੇ ਉਸ ਦੇ ਅਕੋਰਡਿੰਗ ਹੋਣਾ ਪਤਾ ਹੈ ਸਰਬਜੀਤ ਕੌਰ ਆਪਣਾ ਮਾਈਕ ਮਿਊਟ ਕਰ ਲਓ ਯਾਰ। ਹਾਂਜੀ ਕੋਈ ਹੋਰ ਕੋਈ ਡਾਊਟ ਕਿਸੇ ਦਾ? ਹੈਲੋ ਮੰਜੂ ਹਾਂਜੀ ਬੋਲੋ। ਹਾਂਜੀ ਸਰ ਇੱਕ ਕਿੰਨੇ ਮਤਲਬ ਇੱਕ ਟੀਚਰ ਕਿੰਨੇ ਘੰਟੇ ਇੱਕ ਵੀਕ ਦੇ ਵਿੱਚ ਪੜ੍ਹਾ ਸਕਦਾ ਹੈ? ਇੱਕ ਟੀਚਰ ਦਾ ਜੋ ਲੈਕਚਰ ਹੈ ਉਹ 40 to 45 ਹੋਣਾ ਚਾਹੀਦਾ ਬੇਸਿਕਲੀ। ਸੋ ਉਹਦੇ ਅਕੋਰਡਿੰਗ ਵੀਕ ਦੇ ਵਿੱਚ 45 ਆਵਰਸ ਦੇ ਲੈਕਚਰ ਹੋਣੇ ਚਾਹੀਦੇ ਇੱਕ ਵੀਕ 45 ਆਵਰਸ ਦੇ। और जब मैं टोटल गल करिए तो प्राइमरी में 200 मिनिमम होंगे जो स्कूल के होने चाहिए 800 आवर्स हो जाते हैं वो ते अपर प्राइमरी ਦੇ ਲਈ 220 ਨਾਲ 1000 ਘੰਟੇ ਇੱਕ ਡਿਸਟੈਂਸ ਨਹੀਂ ਸੀਗਾ ਸਕੂਲ ਤੋਂ ਕਿੰਨਾ ਡਿਸਟੈਂਸ ਹੋਣਾ ਚਾਹੀਦਾ ਬੱਚੇ ਦਾ ਹਾਇਰ ਲੈਵਲ ਦਾ ਉਹ ਆਪਣਾ ਲੈਵਲ ਜਿਵੇਂ 1 ਕਿਲੋਮੀਟਰ ਤੱਕ ਆਪਣੇ ਘਰ ਤੋਂ ਹੋਣਾ ਚਾਹੀਦਾ ਛੋਟੇ ਬੱਚਿਆਂ ਲਈ ਔਰ ਬੜੇ ਬੱਚਿਆਂ ਦੇ ਲਈ 3 ਕਿਲੋਮੀਟਰ ਇਸ ਬਾਰੇ ਮੈਨੂੰ ਤਾਂ ਕੋਈ ਆਈਡੀਆ ਨਹੀਂ ਹੈ। ਪ੍ਰੀਮੀਅਮ ਕੁਐਸਚਨ ਦੇਖਿਆ ਉਹਦੇ ਵਿੱਚ ਨਜ਼ਰ ਦਿੱਤੇ ਹੋਏ ਸੀਗੇ 2009 ਦੇ ਅਕੋਰਡਿੰਗ ਹੀ ਹੈਗਾ। ਹਾਂ ਜੋ ਪ੍ਰਾਇਮਰੀ ਬੱਚੇ ਆ ਉਹਨਾਂ ਲਈ 1 ਕਿਲੋਮੀਟਰ ਔਰ ਜੋ ਅਪਰ ਪ੍ਰਾਇਮਰੀ ਆ ਉਹਨਾਂ ਲਈ 3 ਕਿਲੋਮੀਟਰ। ਸੋਨੀ ਹੈਂਡ ਰੇਜ਼ ਕੀਤਾ ਆ। ਮੈਨੂੰ ਲੱਗਦਾ ਹੈ ਐਨਸੀਐਫ ਆਪਣਾ ਐਨਸੀਐਫ ਹੋਏਗਾ ਨਹੀਂ ਅਗਰ ਡਿਸਕਸ਼ਨ ਐਵੇਂ ਹੀ ਚੱਲਦੀ ਰਹੀ। ਬਾਕੀ ਦੇਖਦੇ ਆ ਐਨਸੀਐਫ ਕੱਲ ਕਰ ਲਾਂਗੇ। ਸੋ ਤੁਹਾਡੇ ਕੁਐਸਚਨ ਹੋਣੇ ਵੀ ਜ਼ਰੂਰੀ ਆ। ਹਾਂਜੀ ਪੁੱਛ ਲਓ ਸੋਨੀ। ਮੈਮ ਦੱਸਿਓ। ਨਹੀਂ ਆਵਰ ਬਾਰੇ ਮਤਲਬ 45 ਘੰਟੇ ਹੈਗੇ ਇੱਕ ਵੀਕ ਦੇ ਵਿੱਚ ਟੀਚਰਸ ਦੇ ਲਈ ਆਰਟੀ 2009 ਦੇ ਅਕੋਰਡਿੰਗ। ਓਕੇ ਰਾਜਰਾਣੀ ਰਾਜਰਾਣੀ ਹੈ ਕੋਈ ਕੁਐਸਚਨ? ਹਾਂਜੀ ਸਰ ਗੁੱਡ ਇਵਨਿੰਗ ਸਰ। ਗੁੱਡ ਇਵਨਿੰਗ। ਹੈਲੋ ਹਾਂਜੀ ਬੋਲੋ ਆਵਾਜ਼ ਆ ਰਹੀ ਹੈ। ਹੈਲੋ ਹਾਂਜੀ ਬੋਲੋ ਆਵਾਜ਼ ਆ ਰਹੀ ਹੈ। ਜੋ ਅਮੈਂਡਮੈਂਟ ਹੋਈ ਆ ਐਜੂਕੇਸ਼ਨ ਪਾਲਿਸੀ ਦੇ ਵਿੱਚ ਅਮੈਂਡਮੈਂਟ ਨਹੀਂ ਹੋਈ ਨਿਊ ਲਾਅ ਬਣਿਆ। ਉਹ ਸਰ ਆਰਟੀ ਦਾ ਜਿਹੜਾ ਉਹਦਾ 135 ਅਮੈਂਡਮੈਂਟ ਸੀ ਉਹ ਕੁਐਸਚਨ ਨਹੀਂ ਆਏਗਾ ਨਾ। ਆਪਾਂ ਤਾਂ ਬੇਸਿਕਲੀ ਉੱਥੇ ਡਿਸਕਸ਼ਨ ਕਰਨਾ ਹੈ ਜੋ ਕੁਐਸਚਨ ਪੁੱਛਿਆ ਜਾ ਸਕਦਾ ਆਪਾਂ ਨੂੰ। ਹਾਂ ਬਾਕੀ ਤੁਸੀਂ ਨੌਲੇਜ ਪੁਆਇੰਟ ਆਫ ਦੀ ਵਿਊ ਦੇ ਨਾਲ ਪੜ੍ਹ ਸਕਦੇ ਹੋ ਜਾਂ ਦੱਸ ਸਕਦੇ ਹੋ ਉਹ ਕੋਈ ਪ੍ਰੋਬਲਮ ਨਹੀਂ ਹੈ। ਹਾਂਜੀ ਬੋਲੋ। ਅਮੈਂਡਮੈਂਟ ਹੋਈ ਉਹਦੇ ਅਕੋਰਡਿੰਗ ਜਿਹੜੀ ਐਨਸੀ ਆਰਟੀ ਜਾਂ ਆਰਟੀ ਹੈ ਇਹਦੇ ਟੀਚਰਸ ਦੇ ਵਿੱਚ ਕੋਈ ਐਕਸ਼ਨ ਕੀਤੀ ਹੈ ਜਾਂ ਨਹੀਂ? ਜੋ ਨਿਊ ਐਜੂਕੇਸ਼ਨ ਪਾਲਿਸੀ ਬਣੀ ਹੈ 2020 ਉਹਦੇ ਉੱਪਰ ਸਪੈਸ਼ਲੀ ਇੱਕ ਕਲਾਸ ਲਾਂਗੇ ਉਹਨਾਂ ਉੱਪਰ ਕੁਐਸਚਨ ਆਉਣ ਦੇ ਚਾਂਸ ਆ ਕਿਉਂਕਿ ਪ੍ਰੀ ਪ੍ਰਾਇਮਰੀ ਲਈ ਤਾਂ ਉਹਦੇ ਚ ਬੇਸਿਕਲੀ ਬਹੁਤ ਗੱਲਾਂ ਦਿੱਤੀਆਂ ਹੋਈਆਂ ਪ੍ਰੀ ਪ੍ਰਾਇਮਰੀ ਲਈ। ਸੋ ਉਹਦੇ ਉੱਪਰ ਇੱਕ ਪੂਰੀ ਮੀਟਿੰਗ ਬਣਦੀ ਆ।
ਹਾਂਜੀ, ਕੋਈ ਹੋਰ ਕਿਸੇ ਦਾ ਕੁਐਸਚਨ? ਨਹੀਂ ਹੈ ਕੋਈ ਹੋਰ? ਫਿਰ ਕਰੀਏ ਐਨਸੀਐਫ 2005। ਚਲੋ ਮੈਮ ਮਿਊਟ ਕਰ ਦਿਓ ਇੱਕ ਵਾਰੀ ਸਭ ਦੇ ਮਾਈਕ। ਮੀਟਿੰਗ ਵਿੱਚ ਪੂਰਾ ਡਿਸਕਸ਼ਨ ਨਹੀਂ ਹੋਏਗਾ, 10 ਮਿੰਟ ਹੀ ਚੱਲ ਸਕਦੀ ਹੈ ਮੀਟਿੰਗ। ਸੋ ਮੈਂ ਕੁਐਸਚਨ ਇਹਦੇ ਤੇ ਬੇਸਿਸ ਜੋ ਹੈ ਉਹ ਡਿਸਕਸ ਕਰ ਲੈਨੇ ਆ ਆਪਾਂ। ਇਹਦੇ ਤੇ ਕੁਐਸਚਨ ਦੇ ਵਿੱਚ ਹੀ ਕਾਫੀ ਸਾਰਾ ਡਿਸਕਸ਼ਨ ਹੋ ਜਾਏਗੀ, ਬਾਕੀ ਆਪਾਂ ਇਹਦੇ ਬਾਰੇ ਕੱਲ ਪੜ ਲਾਂਗੇ, ਠੀਕ ਹੈ। ਐਨਸੀਐਫ, ਹਾਂ ਐਨਸੀਐਫ ਦੇ ਉੱਪਰ ਕਿਸ ਤਰ੍ਹਾਂ ਦੇ ਕੁਐਸਚਨ ਆਉਂਦੇ ਆ? ਸਭ ਤੋਂ ਪਹਿਲਾਂ ਐਨਸੀਐਫ ਦੀ ਫੁੱਲ ਫਾਰਮ ਪਤਾ ਹੋਣੀ ਚਾਹੀਦੀ ਹੈ, ਨੈਸ਼ਨਲ ਕਰਿਕੂਲਮ ਫਰੇਮਵਰਕ, ਠੀਕ ਹੈ, 2005। ਪੰਜਾਬੀ ਵਿੱਚ ਹੈ ਰਾਸ਼ਟਰੀ ਪਾਠਕ੍ਰਮ ਫਰੇਮਵਰਕ। ਮੈਮ ਮਿਊਟ ਕਰਿਓ ਮਾਈਕ। ਸੋ ਇਹਦੀ ਫੁੱਲ ਫਾਰਮ ਜੋ ਹੈ ਐਨਸੀਐਫ ਦੀ ਨੈਸ਼ਨਲ ਕਰਿਕੂਲਮ ਫਰੇਮਵਰਕ 2005 ਹੈ, ਠੀਕ ਹੈ। ਇਹਦੇ ਉੱਪਰ ਕੁਐਸਚਨ ਇਸ ਤਰ੍ਹਾਂ ਦੇ ਆਉਂਦੇ ਆ ਕਿ ਐਨਸੀਐਫ 2005 ਕਿਸ ਉੱਪਰ ਬਲ ਦਿੰਦਾ ਹੈ। ਫਰਸਟ ਆਪਸ਼ਨ ਪੁੱਛੀ ਜਾਏਗੀ ਕਰਕੇ ਸਿੱਖਣ ਵਿੱਚ, ਦੂਸਰੀ ਹੈ ਐਵੇਂ ਪਤਾ ਨਹੀਂ ਲੱਗੇਗਾ, ਮੈਂ ਤੁਹਾਨੂੰ ਦੱਸ ਹੀ ਦਿੰਨਾ ਜਿੰਨਾ ਕੁ ਹੋਇਆ, ਬਾਕੀ ਆਪਾਂ ਕੱਲ ਡਿਸਕਸ਼ਨ ਕਰ ਲਾਂਗੇ। ਸੋ ਐਨਸੀਐਫ ਬਾਰੇ ਆਪਾਂ ਬੇਸਿਕਲੀ ਇੰਟਰੋ ਵਿੱਚ ਕੀ ਕਹਿ ਸਕਦੇ ਹਾਂ ਕਿ ਰਾਸ਼ਟਰੀ ਪਾਠਕ੍ਰਮ ਫਰੇਮਵਰਕ 2005 ਇਹ ਹੈ ਕਿ ਭਾਰਤ ਵਿੱਚ ਜੋ ਐਨਸੀਆਰਟੀ ਹੈ, ਜਿੰਦੀ ਫੁੱਲ ਫਾਰਮ ਹੈ ਨੈਸ਼ਨਲ ਕੌਂਸਲ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ, ਦੁਬਾਰਾ 2005 ਵਿੱਚ ਇਹ ਪ੍ਰਕਾਸ਼ਿਤ ਕੀਤੀ ਗਈ। ਅਗਰ ਤੁਹਾਨੂੰ ਕੁਐਸਚਨ ਆਉਂਦਾ ਹੈ ਐਨਸੀਐਫ ਫਰੇਮਵਰਕ ਕਿਸ ਨੇ ਤਿਆਰ ਕੀਤਾ, ਤਾਂ ਉਸ ਦਾ ਆਨਸਰ ਹੈ ਐਨਸੀਆਰਟੀ, ਜੋ ਦਿੱਲੀ ਦੇ ਵਿੱਚ ਹੈ, ਠੀਕ ਹੈ। ਇਹ ਚੌਥਾ ਰਾਸ਼ਟਰੀ ਫਰੇਮਵਰਕ ਸੀ। ਇਸ ਤੋਂ ਪਹਿਲਾਂ ਜੋ ਹੈ 1975 ਵਿੱਚ, ਫਿਰ 1988 ਦੇ ਵਿੱਚ। ਮਿਊਟ ਕਰ ਲਓ ਯਾਰ ਮਾਈਕ। ਇਵਾਨਾ ਟੁਟੇਜਾ ਮਿਊਟ ਕਰ ਲਓ ਯਾਰ ਮਾਈਕ ਆਪਣਾ। ਰਿਸ਼ਤਾ ਮੈਮ ਮਿਊਟ ਕਰਿਓ ਮਾਈਕ। ਨਹੀਂ ਹੋਏ, ਉਹ ਜੋ ਬਲੂ ਟਿਕ ਕਰ ਰਿਹਾ ਉਹਦੇ ਤੇ ਕਰੋ। ਬਲੂ ਟਿਕ ਕਰ, ਹਾਂ ਉਹਦੇ ਤੇ ਕਰ ਦੋ। ਸੋ ਇਸ ਤੋਂ ਪਹਿਲਾਂ 3 ਫਰੇਮਵਰਕ ਆਲਰੇਡੀ ਬਣਾਏ ਜਾ ਚੁੱਕੇ ਸੀ। ਇਹ ਜੋ 2005 ਵਿੱਚ ਬਣਿਆ ਇਹ ਚੌਥਾ ਫਰੇਮਵਰਕ ਸੀ। ਪਹਿਲਾ ਫਰੇਮਵਰਕ 1975 ਦੇ ਵਿੱਚ, ਉਸ ਤੋਂ ਬਾਅਦ 1988 ਦੇ ਵਿੱਚ, ਫਿਰ 2000 ਦੇ ਵਿੱਚ। ਐਨਸੀਐਫ ਜੋ 2005 ਆ ਉਹ ਬੇਸਿਕਲੀ ਕੀ ਕਹਿੰਦਾ ਹੈ ਕਿ ਪਾਠਕ੍ਰਮ, ਮਤਲਬ ਜੋ ਆਪਣੇ ਸਬਜੈਕਟ ਦੇ ਵਿੱਚ ਜੋ ਪਾਠ ਹੋਏਗਾ, ਕਰਿਕੂਲਰ ਐਕਟੀਵਿਟੀ ਔਰ ਕੋ ਕਰਿਕੂਲਰ ਐਕਟੀਵਿਟੀ ਇਹਦੇ ਵਿੱਚ ਮਿਕਸ ਹੋ ਜਾਣਗੀਆਂ, ਔਰ ਪਾਠ ਪੁਸਤਕਾਂ ਜੋ ਆਪਣੀਆਂ ਬੁੱਕਸ ਹੋਣਗੀਆਂ, ਅਤੇ ਭਾਰਤ ਦੇ ਜੋ ਵੀ ਸਕੂਲ ਹੋਣਗੇ ਉਹਨਾਂ ਲਈ ਅਧਿਆਪਨ ਅਭਿਆਸ, ਜਿਹਨੂੰ ਆਪਾਂ ਕਹਿੰਦੇ ਆ ਟੀਚਿੰਗ ਪ੍ਰੈਕਟਿਸ, ਜੋ ਆਪਾਂ ਈਟੀਟੀ ਵਾਲਿਆਂ ਨੇ ਵੀ ਲਗਾਈ ਹੋਵੇਗੀ, ਬੀਐਡ ਵਾਲਿਆਂ ਨੇ ਵੀ, ਔਰ ਐਨਟੀਟੀ ਦੀ ਲੱਗਦੀ ਹੈ ਜਾਂ ਨਹੀਂ ਇਹ ਨਹੀਂ ਪਤਾ ਮੈਨੂੰ। ਇਹ ਕੀ ਕਹਿੰਦਾ ਹੈ ਕਿ 2005 ਦੇ ਵਿੱਚ ਪਾਠਕ੍ਰਮ ਔਰ ਪਾਠ ਪੁਸਤਕਾਂ ਦੇ ਨਾਲ ਕੀ ਹੈ, ਟੀਚਿੰਗ ਪ੍ਰੈਕਟਿਸ ਦੇ ਉੱਪਰ ਵੀ ਦਿਸ਼ਾ ਨਿਰਦੇਸ਼ ਦਿੰਦਾ ਹੈ ਕਿ ਕਿੰਨੇ ਦਿਨ ਦੀ ਟੀਚਿੰਗ ਪ੍ਰੈਕਟਿਸ ਕੋਈ ਵੀ ਟੀਚਰ ਲਗਾਏਗਾ, ਅਪਰ ਪ੍ਰਾਇਮਰੀ ਲਈ ਔਰ ਪ੍ਰਾਇਮਰੀ ਲਈ, ਠੀਕ ਹੈ। ਸੋ ਅਗਰ ਇਹਦੇ ਆਪਾਂ ਕੰਪੋਨੈਂਟ ਦੀ ਗੱਲ ਕਰੀਏ, ਇਹਦੇ ਘਟਕ ਕੀ ਹੈ ਨੈਸ਼ਨਲ ਕਰਿਕੂਲਮ ਫਰੇਮਵਰਕ ਦੇ? ਪਹਿਲਾ ਇਹ ਹੈ ਕਿ ਇਹ ਰਟਣ ਵਾਲੇ ਮੈਥਡ ਦੀ ਗੱਲ ਨਹੀਂ ਕਰਦਾ। ਉਹ ਕਹਿੰਦਾ ਕਿ ਬੱਚੇ ਨੂੰ ਰਟਾਓ ਨਾ, ਉਹਦੇ ਵਿੱਚ ਤਬਦੀਲ ਕਰੋ ਕਿ ਬੱਚਾ ਕਰਕੇ ਸਿੱਖੇ। ਦੂਸਰਾ ਹੈ ਕਿ ਬੱਚੇ ਨੂੰ ਜੋ ਵੀ ਗਿਆਨ ਦਿੱਤਾ ਜਾਏ ਉਹ ਬੱਚੇ ਦੀ ਸਕੂਲੀ ਲਾਈਫ ਨਾਲ ਹੀ ਸੰਬੰਧਿਤ ਨਾ ਹੋਏ, ਬੱਚੇ ਦੀ ਬਾਹਰੀ ਲਾਈਫ, ਜੋ ਵੀ ਬੱਚਾ ਘਰ ਤੋਂ ਸਮਾਜ ਦੇ ਵਿੱਚ ਵਿਚਰ ਰਿਹਾ ਉਹਦੇ ਨਾਲ ਰਿਲੇਟ ਹੋਏ। ਅਗਰ ਤੁਸੀਂ ਸਿਰਫ ਕਿਤਾਬਾਂ ਨੂੰ ਪੜ੍ਹਾ ਕੇ ਬੱਚੇ ਨੂੰ ਸਿਖਾਉਣਾ ਚਾਹੁੰਦੇ ਹੋ ਤਾਂ ਬੱਚਾ ਨਹੀਂ ਸਿੱਖੇਗਾ। ਸੋ ਉਹਦੇ ਗਿਆਨ ਨੂੰ ਸਕੂਲ ਤੋਂ ਬਾਹਰ ਜੋ ਹੈ ਲਾਈਫ ਹੁੰਦੀ ਉਹਦੇ ਨਾਲ ਰਿਲੇਟ ਕਰਨਾ ਪਏਗਾ। ਤੀਸਰਾ ਕੀ ਹੈ ਕਿ ਜੋ ਵੀ ਬੱਚੇ ਦੀਆਂ ਐਗਜ਼ਾਮ ਹੋਣਗੇ ਉਹਨਾਂ ਨੂੰ ਕਲਾਸਰੂਮ ਦੀ ਸਿਖਲਾਈ ਦੇ ਵਿੱਚ ਜੋੜਨਾ, ਮਤਲਬ ਸਿਰਫ ਐਗਜ਼ਾਮ ਜੋ ਹੈ ਬੁੱਕਸ ਨਾਲ ਰਿਲੇਟਡ ਨਾ ਹੋਣ।
ਜੋ ਬੱਚੇ ਨੇ ਕਲਾਸ ਦੇ ਵਿੱਚ ਸਿੱਖਿਆ ਹੈ, ਉਹਨਾਂ ਨੂੰ ਵੀ ਲੈ ਕੇ ਐਗਜ਼ਾਮ ਦੇ ਵਿੱਚ ਕੁਐਸਚਨ ਹੋਣ। ਸੋ ਮਤਲਬ ਐਗਜ਼ਾਮ ਦੇ ਵਿੱਚ ਆਬਜੈਕਟਿਵਿਟੀ ਜੋ ਹੈ ਉਹ ਜ਼ਿਆਦਾ ਲਿਆਂਦੀ ਜਾਏ, ਸੋ ਸਿਰਫ ਬੁక్స్ ਦੇ ਉੱਪਰ ਹੀ ਡਿਪੈਂਡ ਨਾ ਕੀਤਾ ਜਾਏ। ਜੋ ਪਾਠਕ੍ਰਮ ਹੈ, ਜੋ ਕਰਿਕੂਲਮ ਹੈ ਆਪਣਾ, ਉਹਨੂੰ ਅਮੀਰ ਬਣਾਉਣਾ। ਅਮੀਰ ਇਸ ਤਰ੍ਹਾਂ ਬਣਾਉਣਾ ਕਿ ਬੱਚੇ ਦੇ ਜੋ ਵੀ ਬੱਚੇ ਨੂੰ ਪੜ੍ਹਾਇਆ ਜਾ ਰਿਹਾ ਉਹਦੀ ਰੀਅਲ ਲਾਈਫ ਨਾਲ ਉਹ ਚੀਜ਼ਾਂ ਰਿਲੇਟ ਹੋਣ, ਤੇ ਨਾਲ ਨਾਲ ਇਹ ਵੀ ਬੱਚੇ ਨੂੰ ਜੋ ਵੀ ਪਾਠ ਦੇ ਵਿੱਚ ਪੜ੍ਹਾਇਆ ਜਾ ਰਿਹਾ, ਅਗਰ ਬੱਚਾ ਛੋਟਾ ਹੈ ਤਾਂ ਉਹ ਬੱਚੇ ਦੇ ਕਿਸ ਮੈਥਡ ਨਾਲ ਸਿੱਖੇਗਾ, ਉਸ ਤਰ੍ਹਾਂ ਦੇ ਹੀ ਚੈਪਟਰ ਉਸ ਦੀ ਕਲਾਸ ਦੇ ਵਿੱਚ ਰੱਖੇ ਜਾਣ। ਠੀਕ ਹੈ, ਨਾਲ ਨਾਲ ਬੱਚੇ ਨੂੰ ਕੋ ਕਰਿਕੂਲਰ ਐਕਟੀਵਿਟੀਜ਼ ਕਰਾਈਆਂ ਜਾਣ। ਇਹ ਨਹੀਂ ਬੱਚੇ ਨੂੰ ਸਿਰਫ ਕਲਾਸ ਦੇ ਵਿੱਚ ਹੀ ਬੈਠ ਕੇ ਪੜ੍ਹਾਇਆ ਜਾਵੇ ਕਿ ਤੂੰ ਇੱਥੇ ਬੈਠ ਤੇ ਇੱਥੇ ਹੀ ਤੇਰਾ ਸਭ ਕੁਝ ਜੋ ਵੀ ਹੈ ਤੈਨੂੰ ਪੜ੍ਹਾਇਆ ਜਾਏਗਾ। ਇਹਦੇ ਨਾਲ ਬੱਚੇ ਨੂੰ ਪਲੇਵੇ ਮੈਥਡ, ਪਲੇਗਰਾਉਂਡ ਦੇ ਵਿੱਚ ਲਿਜਾ ਕੇ ਖਿਡਾਉਣਾ, ਬੱਚੇ ਨੂੰ ਸਟੋਰੀ ਦੇ ਵਿੱਚ ਪਾਰਟਿਸਿਪੇਟ ਕਰਨ ਲਈ ਕਹਿਣਾ, ਇਹ ਸਭ ਚੀਜ਼ਾਂ ਕੋ ਕਰਿਕੂਲਰ ਐਕਟੀਵਿਟੀ ਦੇ ਪਾਰਟਸ ਨੇ। ਠੀਕ ਹੈ, ਫਿਰ ਆਉਂਦਾ ਹੈ ਦੇਸ਼ ਦੀ ਲੋਕਤੰਤਰੀ ਰਾਜਨੀਤਿਕ ਦੇ ਅੰਦਰ ਜੋ ਵੀ ਚਿੰਤਾਵਾਂ ਹੈਗੀਆਂ ਉਹਨਾਂ ਨੂੰ ਧਿਆਨ ਵਿੱਚ ਰੱਖਦਿਆਂ ਉਹਨਾਂ ਦੀ ਪਛਾਣ ਕਰਨੀ ਤੇ ਉਹਨਾਂ ਦੀ ਉਹਨੂੰ ਪਾਲਣ ਕਰਨ ਲਈ ਕਹਿਣਾ। ਮਤਲਬ ਲੋਕਤੰਤਰੀ ਰਾਜਨੀਤੀ ਦੇ ਵਿੱਚ ਕੀ ਕੀ ਚੀਜ਼ਾਂ ਆ ਜਾਂਦੀਆਂ? ਇੱਕ ਤਾਂ ਆਪਣਾ ਸੰਵਿਧਾਨ ਹੀ ਆ ਜਾਂਦਾ ਹੈ ਕਿ ਸੰਵਿਧਾਨ ਦੀ ਪਾਲਣਾ ਕਰਨਾ, ਦੇਸ਼ ਦੇ ਤਿਰੰਗੇ ਝੰਡੇ ਦਾ ਸਨਮਾਨ ਕਰਨਾ, ਰਾਸ਼ਟਰੀ ਗੀਤ ਦਾ ਸਨਮਾਨ ਕਰਨਾ, ਜੋ ਬੇਸਿਕਲੀ ਆਪਣੇ ਫੰਡਾਮੈਂਟਲ ਰਾਈਟਸ ਨੇ, ਉਹ ਸਾਰੇ ਜੋ ਹੈ ਲੋਕਤੰਤਰੀ ਰਾਜਨੀਤੀ ਨਾਲ ਸੰਬੰਧ ਰੱਖਦੇ ਆ। ਸੋ ਇਹ ਸੀ ਕੰਪੋਨੈਂਟ ਇਹਦੇ ਨੈਸ਼ਨਲ ਕਰਿਕੂਲਮ ਫਰੇਮਵਰਕ ਦੇ 2005 ਦੇ। ਅੱਗੋਂ ਜ਼ਿਆਦਾ ਡਿਸਕਸ ਕਰਾਂਗੇ ਤਾਂ ਮੈਨੂੰ ਲੱਗਦਾ ਮੀਟਿੰਗ ਓਵਰ ਹੋ ਜਾਏਗੀ। ਸੋ ਇੱਥੋਂ ਤੱਕ ਕਿਸੇ ਦਾ ਡਾਊਟ ਹੈ ਤਾਂ ਪੁੱਛ ਲਓ। ਹੈ ਕਿਸੇ ਦਾ ਡਾਊਟ? ਬੇਸਿਕਲੀ ਤੁਸੀਂ ਯਾਦ ਰੱਖਣਾ ਹੈ ਨੈਸ਼ਨਲ ਕਰਿਕੂਲਮ ਫਰੇਮਵਰਕ ਦੀ ਫੁੱਲ ਫਾਰਮ ਕੀ ਹੈ। ਕੌਣ ਬੋਲ ਰਿਹਾ? ਇੱਕ ਇੱਕ ਕਰਕੇ ਯਾਰ ਬੋਲੋ ਨਾ, ਤਾਂ ਹੀ ਸਭ ਨੂੰ ਸਮਝ ਆਏਗਾ, ਨਹੀਂ ਤਾਂ ਇੱਕੋ ਆਂਦੀ ਰਹੇਗੀ ਔਰ ਸ਼ੋਰ ਹੀ ਹੁੰਦਾ ਰਹੇਗਾ। ਆਵਾਜ਼ ਕਲੀਅਰ ਨਹੀਂ ਆ ਰਹੀ ਤੁਹਾਡੀ ਵੀਰੇ। ਮੈਸੇਜ ਡ੍ਰੌਪ ਕਰ ਦਿਓ ਤੁਸੀਂ, ਆਵਾਜ਼ ਤੁਹਾਡੀ ਕਲੀਅਰ ਨਹੀਂ ਆ ਰਹੀ ਹੈ। ਬਾਕੀ ਹੋਰ ਕੋਈ ਕੁਐਸਚਨ ਪੁੱਛ ਸਕਦਾ ਤਾਂ ਪੁੱਛੋ। ਮੇਰੀ ਵੀ ਆਵਾਜ਼ ਕਲੀਅਰ ਨਹੀਂ ਆ ਰਹੀ ਕਿ